ਅੱਜ ਖੇਤੀ ਇੱਕ ਬਹੁਤ ਗਹਿਰੇ ਸੰਕਟ ਵਿੱਚ ਗੁਜ਼ਰ ਰਹੀ ਹੈ ਔਰ ਅਸੀਂ ਸਭ ਜਾਣਦੇ ਹਾਂ ਕਾਰਨ ਕੀ ਹੈਗਾ ਕਿ ਜਦ ਲਾਕਡਾਊਨ ਹੋਇਆ ਤਾਂ ਰਬੀ ਦਾ ਹਾਰਵੈਸਟ ਦਾ ਜਿਹੜਾ ਪੀਰੀਅਡ ਸੀਗਾ ਉਹ ਉਹਦੇ ਨਾਲ ਕਲੈਸ਼ ਕਰ ਗਿਆ ਔਰ ਉਹਦੇ ਨਾਲ ਕੀ ਹੋਇਆ ਕਿ ਡਿਮਾਂਡ ਜਿਹੜੀ ਹੈਗੀ ਆ ਗਿਰ ਗਈ ਕਿਉਂਕਿ ਹੋਟਲ ਰੈਸਟੋਰੈਂਟਸ ਔਰ ਲੋਕਾਂ ਦੀ ਡਿਮਾਂਡ ਵੀ ਜਿਹੜੀ ਹੈਗੀ ਆ ਉਹ ਘਟ ਹੋ ਗਈ। तो इस मौके ते किसानां नूं अगर जरूरत है तो वो हैगी है डायरैक्ट इनकम सपोर्ट की, यानी सीधा उन्हां दे हत्थ विच कैश जाए ताकि वो इस क्राइसिस विच निकल सकन। ये भी कहा जा रहा है कि जो कुछ ऐलानिया गया वो एक कर्जे के रूप च सी। कर्जा तो पहले ही किसान कर्जा ही है, खुदकशियां कर रहा है, ਤੁਸੀਂ ਹੋਰ ਕਰਜ਼ੇ ਦੀਆਂ ਪ੍ਰਪੋਜ਼ਲਸ ਲੈ ਕੇ ਆ ਰਹੇ ਹੋ। और तुसीं देख ही लिया कि जब लॉकडाउन शुरू होया और लॉकडाउन जो है 2 महीने हो गए, हले भी जिहड़े मजदूर हैगे वो वापस जा रहे हैं, चाहे पैदल चल के जान चाहे ट्रेनां विच जान, लेकिन जा रहे हैगे। और ये जिहड़ा तबका हैगा जिहड़ा वापस जा रहा, सानूं दसदा है कि ਅਸੀਂ किस तरीके नाल कई दशकां चों एटलीस्ट 4 या 5 दशकां ਤੋਂ ਲੋਕਾਂ ਨੂੰ ਅਸੀਂ ਪਿੰਡਾਂ ਚੋਂ ਕੱਢ ਰਹੇ ਸੀਗੇ ਔਰ ਕੱਢਣ ਦਾ ਬੈਸਟ ਤਰੀਕਾ ਇਹ ਸੀਗਾ ਕਿ ਅਸੀਂ ਐਗਰੀਕਲਚਰ ਨੂੰ ਅਨਇਕਨੋਮਿਕਲ ਕਰ ਦਈਏ, ਉਹਦੇ ਵਿੱਚ ਜਿੰਨਾ ਵੀ ਪ੍ਰੋਫਿਟ ਹੈ ਉਹ ਖਤਮ ਹੋ ਗਿਆ, ਅਨਰਿਮਿਊਨਰੇਟਿਵ ਹੋ ਗਿਆ ਜਿਹਨੂੰ ਇੰਗਲਿਸ਼ ਕਹਿੰਦੇ ਹੈਗੇ ਆ। ਤੇ ਰਿਜ਼ਲਟ ਕੀ ਸੀਗਾ? ਮਜਬੂਰਨ ਕਿਸਾਨ ਕੀ ਕਰੇਗਾ, ਉਹ ਆਪਣਾ ਪਿੰਡ ਛੱਡ ਕੇ ਖੇਤੀ ਛੱਡ ਕੇ ਸ਼ਹਿਰਾਂ ਦੀ ਤਰਫ ਉਹਨੇ ਪਲਾਨ ਕੀਤਾ। ਜਿੱਦਾਂ ਦੀ ਨਵੀਂ ਨੀਤੀ ਜਾਂ ਜਿੱਦਾਂ ਦਾ ਨਵਾਂ ਕਾਨੂੰਨ ਘੜਨ ਬਾਰੇ ਸੰਕੇਤ ਆ ਰਿਹਾ ਹੈ ਦਵਿੰਦਰ ਜੀ, ਉਸ ਤੋਂ ਤਾਂ ਲੱਗਦਾ ਹੈ ਕਿ ਕਿਸਾਨ ਮੁਕੰਮਲ ਤੌਰ ਤੇ ਵਪਾਰੀਆਂ ਦੇ ਰਹਿਮੋ ਕਰਮ ਤੇ ਛੱਡਿਆ ਜਾਏਗਾ। ਹੁਣ ਸਰਕਾਰ ਨੇ ਕਿਹਾ ਹੈ ਕਿ ਅਸੀਂ ਸੈਂਟਰਲ ਇੱਕ ਅਧਿਆਦੇਸ਼ ਲੈ ਕੇ ਆਵਾਂਗੇ, ਯਾਨੀ ਸੈਂਟਰਲ ਇੱਕ ਲਾਅ ਲੈ ਕੇ ਆਵਾਂਗੇ ਜਿਹੜਾ ਕਿ ਸਾਰੇ ਜਿਹੜੇ ਪੁਰਾਣੇ ਲਾਅ ਹੈਗੇ APMC ਨੂੰ ਉਹਨਾਂ ਨੂੰ ਓਵਰਰਾਈਡ ਕਰੇਗਾ। ਔਰ ਉਹ ਜਿਹੜਾ ਨਵਾਂ ਲਾਅ ਹੋਏਗਾ ਉਹਦੇ ਵਿੱਚ ਹੈ ਕਿ ਕਿਸਾਨ ਕਿਤੇ ਵੀ ਆਪਣੀ ਪ੍ਰੋਡਿਊਸ ਵੇਚ ਸਕਦਾ ਹੈਗਾ। ਔਰ ਇਹਦੇ ਨਾਲ ਇੱਕ ਚੀਜ਼ ਦੂਜੀ ਗੱਲ ਕਹਿ ਰਿਹਾ ਕਿ ਇਹਦੇ ਨਾਲ ਇੰਟਰਸਟੇਟ ਜਿਹੜੀ रिस्ट्रिक्शन सीगी वो हट जाएगी, यानी किसान देश में किसी भी मंडी में जाके अपना माल बेच सकता हैगा और इसी तरीके नाल कितों भी खरीद भी सकता हैगा। कहने का मतलब है कि इनू असी मन के चल रहे हैं कि बहुत बड़ा रिफॉर्म होएगा। कहने का मतलब है कि टाइम आ गया हैगा साडे कोल एक ऐसा मॉडल बनाइए जिहदे विच मनदा कि APMC च बहुत कमियां हैगियां, उच काटलाइजेशन हैगी है, कुछ माफिया भी ऑपरेट करते हैं, उन्होंने तोड़न की जरूरत है। लेकिन APMC ਨੂੰ उठा के बाहर सुट देना ये मतलब रास्ता नहीं है, ये डेवलपमेंट नहीं है, विकास नहीं है। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਦਵਿੰਦਰ ਸ਼ਰਮਾ, ਕੌਮੀ ਤੇ ਕੌਮਾਂਤਰੀ ਪੱਧਰ ਦੀ ਖੇਤੀ ਮਾਮਲਿਆਂ ਦੀ ਜਾਣੀ ਪਹਿਚਾਣੀ ਹਸਤੀ, ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਦਵਿੰਦਰ ਸ਼ਰਮਾ ਨਾਲ ਜਦੋਂ ਵੀ ਮੈਂ ਮੁਲਾਕਾਤ ਕਰਦਾ ਉਸ ਤੋਂ ਬਾਅਦ ਜਿਹੜੇ ਦਰਸ਼ਕਾਂ ਦੇ ਫੋਨ ਆਉਂਦੇ ਆ ਅਕਸਰ ਪੁੱਛਦੇ ਆ, ਅੱਛਾ ਤੁਸੀਂ ਉਹੀ ਜਗਤਾਰ ਸਿੰਘ ਸਿੱਧੂ ਹੋ ਜਿਹੜੇ ਦਵਿੰਦਰ ਸ਼ਰਮਾ ਨਾਲ ਮੁਲਾਕਾਤ 'ਚ ਹਾਜ਼ਰ ਹੋਏ ਸੀ। ਦਵਿੰਦਰ ਸ਼ਰਮਾ ਜੀ ਦੇ ਨਾਲ ਆਪਾਂ ਕਰੋਨਾ ਵਾਇਰਸ ਕਰੋਨਾ ਮਹਾਮਾਰੀ ਤੋਂ ਬਾਅਦ ਕੇਂਦਰ ਵੱਲੋਂ ਜਿਹੜਾ ਖੇਤੀ ਲਈ ਇੱਕ ਪੈਕੇਜ ਐਲਾਨਿਆ ਹੈਗਾ ਉਹ ਕਿੰਨਾ ਕੁ ਸਾਰਥਕ ਹੈ, ਉਹਨਾਂ ਨਾਲ ਸਾਰੇ ਜੁੜੇ ਮੁੱਦਿਆਂ 'ਤੇ ਲਵਾਂਗੇ ਸਵਾਲ। ਦਵਿੰਦਰ ਸ਼ਰਮਾ ਜੀ, ਮੇਰੀ ਟੀਮ ਵੱਲੋਂ ਮੇਰੇ ਚੈਨਲ ਵੱਲੋਂ ਤੁਹਾਨੂੰ ਇਸ ਮੁੱਦੇ 'ਤੇ ਆਉਣ ਲਈ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ ਦਵਿੰਦਰ ਸ਼ਰਮਾ ਜੀ, ਪਹਿਲਾ ਹੀ ਸਵਾਲ ਜਿਹੜਾ ਜਿਸ ਮਾਮਲੇ 'ਤੇ ਆਪਾਂ ਗੱਲ ਕਰ ਰਹੇ ਹਾਂ, ਕੇਂਦਰ ਨੇ ਜਿਹੜਾ ਕੁਝ ਦਿਨ ਪਹਿਲਾਂ ਖੇਤੀ ਲਈ ਪੈਕੇਜ ਐਲਾਨ ਕੀਤਾ 1.63 ਲੱਖ ਕਰੋੜ ਦਾ, ਕਿੰਨਾ ਕੁ ਸਾਰਥਕ ਹੈ ਖੇਤੀ ਨਾਲ ਜੁੜੇ ਧੰਦਿਆਂ ਲਈ, ਕਾਰੋਬਾਰ ਦੇ ਲਈ? ਜੀ ਅੱਜ ਖੇਤੀ ਇੱਕ ਬਹੁਤ ਗਹਿਰੇ ਸੰਕਟ ਵਿੱਚ ਗੁਜ਼ਰ ਰਹੀ ਹੈ ਔਰ ਅਸੀਂ ਸਭ ਜਾਣਦੇ ਹਾਂ ਕਾਰਨ ਕੀ ਹੈਗਾ ਕਿ ਜਦ ਲਾਕਡਾਊਨ ਹੋਇਆ ਤਾਂ ਰਬੀ ਦਾ ਹਾਰਵੈਸਟ ਦਾ ਜਿਹੜਾ ਪੀਰੀਅਡ ਸੀਗਾ ਉਹ ਉਹਦੇ ਨਾਲ ਕਲੈਸ਼ ਕਰ ਗਿਆ ਔਰ ਉਹਦੇ ਨਾਲ ਕੀ ਹੋਇਆ ਕਿ ਡਿਮਾਂਡ ਜਿਹੜੀ ਹੈਗੀ ਆ ਗਿਰ ਗਈ ਕਿਉਂਕਿ ਹੋਟਲ ਰੈਸਟੋਰੈਂਟਸ ਔਰ ਲੋਕਾਂ ਦੀ ਡਿਮਾਂਡ ਵੀ ਜਿਹੜੀ ਹੈਗੀ ਹੈ ਉਹ ਘਟ ਹੋ ਗਈ। ਤੇ ਉਹਦੇ ਕਰਕੇ ਔਰ ਮਾਰਕੀਟ ਦੇ ਜਿਹੜੇ ਸਪਲਾਈ ਚੇਨ ਜਿਹੜੇ ਇੱਕ ਹੁੰਦੀ ਹੈ ਉਹਦੇ ਵਿੱਚ ਬੜੇ ਡਿਸਟਰਪਸ਼ਨਸ ਆ ਗਏ ਕਿਉਂਕਿ ਬੜੀਆਂ ਰਿਸਟ੍ਰਿਕਸ਼ਨਸ ਆ ਗਈਆਂ ਤੇ ਕਿਸਾਨਾਂ ਨੂੰ ਬਹੁਤ ਨੁਕਸਾਨ ਸਹਿਣਾ ਪਿਆ, ਚਾਹੇ ਉਹ ਸਟ੍ਰਾਬੇਰੀਜ਼ ਦਾ ਕਿਸਾਨ ਹੋਏ, ਵੈਜੀਟੇਬਲਸ ਦਾ ਹੋਏ, ਫਲਾਵਰਸ ਦਾ ਹੋਏ, ਦੁੱਧ ਦਾ ਕਿਸਾਨ ਹੋਏ, ਮੱਛੀਆਂ ਪਾਲਣ ਕਰਦੇ ਹੋਣ। ਕਹਿਣ ਦਾ ਮਤਲਬ ਹੈ ਕਿ ਅਕ੍ਰੋਸ ਦੀ ਸਪੈਕਟਰਮ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਔਰ ਉਹਦੇ ਬਾਵਜੂਦ ਵੀ ਕਿਸਾਨਾਂ ਨੇ ਆਪਣਾ ਜੀ ਤੋੜ ਮਿਹਨਤ ਕਰਕੇ ਇੱਕ ਰਿਕਾਰਡ ਕਣਕ ਦਾ ਹਾਰਵੈਸਟ ਕੀਤਾ ਔਰ ਨਾਲ ਅਸੀਂ ਦੇਖ ਰਹੇ ਹਾਂ ਕਿ ਪ੍ਰੋਕਿਉਰਮੈਂਟ ਵੀ ਰਿਕਾਰਡ ਤਰਫ ਵੱਧਦੀ ਜਾ ਰਹੀ ਹੈਗੀ ਹੈ। तो इस मौके ते किसानों ਨੂੰ
ਅਗਰ ਜ਼ਰੂਰਤ ਹੈ ਤਾਂ ਉਹ ਹੈਗੀ ਹੈ ਡਾਇਰੈਕਟ ਇਨਕਮ ਸਪੋਰਟ ਦੀ, ਯਾਨੀ ਸਿੱਧਾ ਉਹਨਾਂ ਦੇ ਹੱਥ ਵਿੱਚ ਕੈਸ਼ ਜਾਏ ਤਾਂ ਕਿ ਉਹ ਇਸ ਕ੍ਰਾਈਸਿਸ ਵਿੱਚ ਨਿਕਲ ਸਕਣ। ਔਰ ਉਹਨਾਂ ਕੋਲ ਕੁਝ ਪੈਸਾ ਆਏਗਾ ਅਗਰ ਉਹਨਾਂ ਦੇ ਹੱਥ ਵਿੱਚ, ਤਾਂ ਅਸੀਂ ਜਾਣਦੇ ਹਾਂ ਕਿ ਉਹ ਆਪਣੇ ਅਗਲਾ ਸੀਜ਼ਨ ਜਿਹੜਾ ਹੈਗਾ ਜਾਂ ਜਿਹੜਾ ਹੁਣ ਦਾ ਪੋਸਟ ਹਾਰਵੈਸਟ ਜਿਹੜੇ ਪ੍ਰੋਸੈਸ ਸੀਗੇ ਉਹਨਾਂ ਵਾਸਤੇ ਖਰਚ ਕਰਨਗੇ, ਯਾਨੀ ਉਹ ਪੈਸਾ ਬਾਅਦ ਚ ਮੁੜ ਕੇ ਫਿਰ ਮਾਰਕੀਟ ਦੇ ਵਿੱਚ ਆਏਗਾ। ਸੋ ਇੱਕ ਓਪਰਚੁਨਿਟੀ ਸੀਗੀ ਸਰਕਾਰ ਕੋਲ ਕਿ ਵੀ ਤੁਸੀਂ ਇੱਕ ਡਾਇਰੈਕਟ ਇਨਕਮ ਪੈਕੇਜ ਜਿਹਨੂੰ ਮੈਂ ਕਹਿੰਦਾ ਹੈਗਾ ਉਹ ਕਿਸਾਨਾਂ ਨੂੰ ਤੁਸੀਂ ਇਸ ਸਮੇਂ ਦਿੰਦੇ, ਉਪਲਬਧ ਕਰਾਉਂਦੇ, ਕਿਉਂਕਿ ਇਸ ਸੰਕਟ ਤੋਂ ਉਹ ਨਿਕਲ ਕੇ ਆਉਂਦੇ। ਤਾਂ ਇਸ ਸਮੇਂ ਜਿਹੜੀ ਸਪੋਰਟ ਦੀ ਜ਼ਰੂਰਤ ਸੀਗੀ ਉਹ ਤਾਂ ਸ਼ਾਇਦ ਸਰਕਾਰ ਨੇ ਨਹੀਂ ਕੀਤੀ, ਸ਼ਾਇਦ ਰਿਵਾਈਜ਼ ਕਰੇਗੀ ਆਉਣ ਵਾਲੇ ਦਿਨਾਂ ਵਿੱਚ, ਲੇਕਿਨ ਉਹਨਾਂ ਨੇ ਇੱਕ ਤਰ੍ਹਾਂ ਦਾ ਰਿਫਾਰਮ ਦਾ ਜਿਹੜਾ ਪੈਕੇਜ ਹੁੰਦਾ ਜਾਂ ਡਿਵੈਲਪਮੈਂਟ ਦਾ ਜਿਹੜਾ ਪੈਕੇਜ ਸੀਗਾ ਉਹ ਸਾਹਮਣੇ ਪੇਸ਼ ਕੀਤਾ। ਜਿਹੜਾ ਤੁਸੀਂ ਕਿਹਾ ਕਿ 1.63 ਲੱਖ ਕਰੋੜ ਦਾ ਟੋਟਲ ਉਹਦਾ ਬਜਟ ਸੀਗਾ। ਮੋਸਟ ਆਫ ਦੀ ਸਕੀਮਸ, ਯਾਨੀ ਬਹੁਤ ਸਾਰੀ ਜਿਹੜੀ ਸਕੀਮਾਂ ਸੀਗੀਆਂ ਉਹਨਾਂ ਨੇ 11 ਸਕੀਮਾਂ ਵਿੱਚੋਂ 8 ਜਿਹੜੀ ਅਨਾਉਂਸ ਕੀਤੀਆਂ ਹੈਗੀਆਂ ਉਹ ਹੈਗੀਆਂ ਜਿਹੜੀਆਂ ਕਿ ਪਹਿਲੇ ਚੱਲ ਰਹੀਆਂ ਸੀਗੀਆਂ। ਪਹਿਲੇ ਦੇ ਬਜਟ 3 4 5 ਸਾਲਾਂ ਦੇ ਬਜਟ ਵਿੱਚ ਵੀ ਉਹਨਾਂ ਦਾ ਐਲਾਨ ਹੋਇਆ, ਕਿਸੇ ਦੀ ਪ੍ਰੋਗਰੈਸ ਥੋੜੀ ਸੀਗੀ, ਕਿਸੇ ਦੀ ਜ਼ਿਆਦਾ ਸੀਗੀ, ਤਾਂ ਉਹਨਾਂ ਨੂੰ ਹੋਰ ਕਈਆਂ ਨੂੰ ਹੋਰ ਉਹਨਾਂ ਨੇ ਇਨਵੋਲਵਮੈਂਟ ਦੇ ਕੇ, ਮਤਲਬ ਇਨਵੈਸਟਮੈਂਟ ਦੇ ਕੇ, ਪ੍ਰਪੋਜ਼ਲ ਦੇ ਕੇ ਅੱਗੇ ਵਾਸਤੇ ਉਹਨੂੰ ਕੰਟੀਨਿਊ ਕਰਨ ਦੀ ਗੱਲ ਕੀਤੀ ਹੈ। ਤੇ ਇਹ ਬੇਸਿਕਲੀ ਜਿਹੜੇ ਪ੍ਰਪੋਜ਼ਲ ਹੈਗੇ ਆ ਇਹ ਠੀਕ ਹੈ, ਇਹ 2 3 4 ਸਾਲਾਂ ਵਿੱਚ ਇਹਨਾਂ ਦਾ ਅਸਰ ਨਜ਼ਰ ਆਏਗਾ ਅਗਰ ਠੀਕ ਤਰੀਕੇ ਨਾਲ ਇੰਪਲੀਮੈਂਟ ਹੁੰਦੇ ਆ। ਪਰ ਜਿਹੜੀ ਅਹਿਮ ਜ਼ਰੂਰਤ ਸੀਗੀ ਇਸ ਸਮੇਂ ਕਿ ਕਿਸਾਨਾਂ ਨੂੰ ਡਾਇਰੈਕਟ ਇਨਕਮ ਸਪੋਰਟ ਮਿਲੇ, ਉਹ ਕਿਤੇ ਗੈਪ ਰਹਿ ਗਿਆ ਹੈਗਾ ਔਰ ਕਿਸਾਨ ਇਸ ਗੱਲ ਤੋਂ ਬਹੁਤ ਨਾਰਾਜ਼ ਵੀ ਹੈਗੇ, ਅਸੀਂ ਦੇਖ ਰਹੇ ਹਾਂ ਦੇਸ਼ ਵਿੱਚ। ਲੇਕਿਨ ਦੂਸਰਾ ਸੀਗਾ ਕਿ ਇਹਨਾਂ ਨੇ ਇੱਕ ਜਿਹਨੂੰ ਇਹ ਕਹਿੰਦੇ ਹੈਗੇ ਆ, ਸਰਕਾਰ ਕਹਿੰਦੀ ਹੈ ਪਾਲਿਸੀ ਰਿਫਾਰਮਸ, ਉਹ ਵੀ ਇਹਨਾਂ ਨੇ ਇੰਟਰੋਡਿਊਸ ਕੀਤੇ ਹੈਗੇ ਜਿਹੜੇ ਆਉਣ ਵਾਲੇ ਆਉਣਗੇ। ਦਵਿੰਦਰ ਜੀ ਸਰ, ਜਿਹੜਾ 3 ਜਿਹੜੇ ਮੇਨ ਪੁਆਇੰਟ ਹੈ ਉਹਨਾਂ ਤੇ ਚਰਚਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਸ ਮੁੱਦੇ ਤੇ ਵੀ ਆਪਾਂ ਆਉਂਦੇ ਹਾਂ, ਪਰ ਜਿਹੜਾ ਪਹਿਲਾ ਸਵਾਲ ਸੀ ਉਹਦੇ ਨਾਲ ਥੋੜਾ ਹੋਰ ਮੈਂ ਦਰਸ਼ਕਾਂ ਦੇ ਲਈ ਜਾਣਕਾਰੀ ਲੈਣਾ ਚਾਹੁੰਦਾ ਹਾਂ। ਜਿੱਦਾਂ ਤੁਸੀਂ ਪੈਕੇਜ ਦੀ ਗੱਲ ਕੀਤੀ ਹੈ ਕਿ ਕਿਸਾਨ ਦੀ ਜੇਬ 'ਚ ਆਇਆ ਕੁਝ ਨਹੀਂ, ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਐਲਾਨਿਆ ਗਿਆ ਉਹ ਇੱਕ ਕਰਜ਼ੇ ਦੇ ਰੂਪ 'ਚ ਸੀ। ਕਰਜ਼ਾ ਤਾਂ ਪਹਿਲਾਂ ਹੀ ਕਿਸਾਨ ਕਰਜ਼ਾਈ ਹੈ, ਖੁਦਕਸ਼ੀਆਂ ਕਰ ਰਿਹਾ, ਤੁਸੀਂ ਹੋਰ ਕਰਜ਼ੇ ਦੀਆਂ ਪ੍ਰਪੋਜ਼ਲਸ ਲੈ ਕੇ ਆ ਰਹੇ ਹੋ। ਜਿੱਦਾਂ ਕੁਛ ਕਹਿ ਰਹੇ ਆ ਕਿ ਨਵੀਂ ਗੱਲ ਕੋਈ ਹੈ ਹੀ ਨਹੀਂ, ਜਿੱਦਾਂ ਪੰਜਾਬੀ 'ਚ ਕਹਿੰਦੇ ਆ ਕਿ ਵੀ ਨਵੀਂ ਬੋਤਲ ਪੁਰਾਣੀ ਸ਼ਰਾਬ ਵਾਲੀ ਗੱਲ ਹੈਗੀ ਹੈ। ਅਤੇ ਜਿੱਦਾਂ ਨਿਰਾਸ਼ਤਾ ਦਾ ਤੁਸੀਂ ਕਿਸਾਨਾਂ ਦਾ ਜ਼ਿਕਰ ਕੀਤਾ ਹੈ, ਉਹਦੇ 'ਚ ਕੁਝ ਲੱਭਦਾ ਵੀ ਕੁਝ ਨਹੀਂ ਹੈ, ਸ਼ਾਇਦ ਇਸੇ ਕਰਕੇ ਕਿਸਾਨ ਨਾਰਾਜ਼ ਹੈ। ਕੀ ਲੱਗਦਾ ਕਿ ਕਰਜ਼ੇ ਦਾ ਹੀ ਇੱਕ ਰੂਪ ਸੀਗਾ ਜੋ ਪੇਸ਼ ਕੀਤਾ ਹੈ? ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਰਕਾਰ ਇਹ ਸੋਚਦੀ ਹੈ ਕਿ ਵੀ ਕਰਜ਼ੇ ਤੇ ਕਰਜ਼ਾ, ਕਰਜ਼ੇ ਤੇ ਕਰਜ਼ਾ, ਕਰਜ਼ੇ ਤੇ ਕਰਜ਼ਾ ਇਹੀ ਐਗਰੀਕਲਚਰ ਦਾ ਸੋਲੂਸ਼ਨ ਹੈ। ਲੇਕਿਨ ਸੱਚਾਈ ਇਹ ਹੈ ਕਿ ਕਰਜ਼ੇ ਤੋਂ ਕਰਜ਼ਾ ਜਿਹੜਾ ਹੈਗਾ ਉਹੀ ਐਗਰੀਕਲਚਰ ਦਾ ਪ੍ਰੋਬਲਮ ਹੈ। ਔਰ ਅਸੀਂ ਇਸੇ ਕਰਕੇ ਕਰਜ਼ਾ ਦੇ ਕੇ ਕਿਸਾਨਾਂ ਨੂੰ ਅਸੀਂ ਉਸ ਚੱਕਰਵਿਊਹ ਵਿੱਚ ਫਸਾਤਾ ਹੈਗਾ ਜਿਹਦੇ ਵਿੱਚੋਂ ਨਿਕਲਣਾ ਉਹਨਾਂ ਨੂੰ ਮੁਸ਼ਕਿਲ ਹੋ ਰਿਹਾ ਹੈਗਾ। ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਸਾਨਾਂ ਨੂੰ ਇਸ ਸਮੇਂ ਕਰਜ਼ਾ ਨਹੀਂ ਚਾਹੀਦਾ ਹੈਗਾ, ਕਿਸਾਨਾਂ ਨੂੰ ਇਸ ਸਮੇਂ ਡਾਇਰੈਕਟ ਇਨਕਮ ਸਪੋਰਟ ਚਾਹੀਦੀ ਹੈਗੀ ਹੈ। ਔਰ ਜਿਹੜਾ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਵੀ ਅਗਰ ਅਸੀਂ ਅੱਜ ਕਰਜ਼ਾ ਦੇਵਾਂਗੇ ਕਿਸਾਨ ਨੂੰ ਤਾਂ ਉਹ 2 ਸਾਲ ਬਾਅਦ ਉਹਦਾ ਐਂਟਰਪ੍ਰੀਨਿਓਰਸ਼ਿਪ ਜਿਹੜੀ ਹੈ ਬਾਹਰ ਨਿਕਲੇਗੀ। ਇਹ ਸਭ ਨੂੰ ਸਮਝਣਾ ਹੈ ਕਿ ਪਿਛਲੇ 70 ਸਾਲ ਵਿੱਚ ਅਸੀਂ ਦੇਖ ਲਈਏ ਤਾਂ 70 ਸਾਲ ਦੇ ਵਿੱਚ ਜਿਹੜੀ ਐਂਟਰਪ੍ਰੀਨਿਓਰਸ਼ਿਪ ਸੀ ਕਿਸਾਨਾਂ ਦੀ ਉਹ ਇਸ ਕਰਕੇ ਖਤਮ ਹੋ ਗਈ, ਜਾਣਬੁੱਝ ਕੇ ਕਿਸਾਨਾਂ ਨੂੰ ਇੱਕ ਲੈਵਲ ਤੋਂ ਥੱਲੇ ਰੱਖਿਆ। ਕਿ ਐਗਰੀਕਲਚਰ ਪ੍ਰੋਡਕਟਿਵ ਨਹੀਂ ਹੈ, ਐਗਰੀਕਲਚਰ ਇਕਨੋਮਿਕਲ ਨਹੀਂ ਹੈ, ਪਰ ਅਸੀਂ ਜਾਣਬੁੱਝ ਕੇ ਉਹਨੂੰ ਡੈਲੀਬਰੇਟਲੀ, ਮੈਂ ਜਿਸ ਤਰ੍ਹਾਂ ਕਹਿੰਦਾ ਹੁੰਦਾ ਅਕਸਰ ਕਿ ਡੈਲੀਬਰੇਟਲੀ ਅਸੀਂ ਇੰਪਾਵਰਿਸ਼ ਰੱਖਿਆ ਖੇਤੀ ਨੂੰ, ਤਾਂ ਕਿ ਅਸੀਂ ਲੋਕਾਂ ਨੂੰ ਪਿੰਡਾਂ ਚੋਂ ਕੱਢ ਕੇ ਸ਼ਹਿਰਾਂ ਵਿੱਚ ਲੈ ਕੇ ਆਈਏ, ਕਿਉਂਕਿ ਸ਼ਹਿਰਾਂ ਵਿੱਚ ਦਿਹਾੜੀ ਮਜ਼ਦੂਰ ਦੀ ਜ਼ਰੂਰਤ ਸੀਗੀ। ਔਰ ਤੁਸੀਂ ਦੇਖ ਹੀ ਲਿਆ ਕਿ ਜਦ ਲਾਕਡਾਊਨ ਸ਼ੁਰੂ ਹੋਇਆ ਔਰ ਲਾਕਡਾਊਨ ਨੂੰ 2 ਮਹੀਨੇ ਹੋ ਗਏ, ਹਾਲੇ ਵੀ ਜਿਹੜੇ ਮਜ਼ਦੂਰ ਹੈਗੇ ਉਹ ਵਾਪਿਸ ਜਾ ਰਹੇ ਆ, ਚਾਹੇ ਪੈਦਲ ਚੱਲ ਕੇ ਜਾਣ, ਚਾਹੇ ਟ੍ਰੇਨਾਂ ਵਿੱਚ ਜਾਣ, ਲੇਕਿਨ ਜਾ ਰਹੇ ਹੈਗੇ। ਔਰ ਇਹ ਜਿਹੜਾ ਤਬਕਾ ਹੈਗਾ ਜਿਹੜਾ ਵਾਪਿਸ ਜਾ ਰਿਹਾ, ਸਾਨੂੰ ਦੱਸਦਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਕਈ ਦਸ਼ਕਾਂ ਚੋਂ, ਐਟਲੀਸਟ 4 ਜਾਂ 5 ਦਸ਼ਕਾਂ ਤੋਂ ਲੋਕਾਂ ਨੂੰ ਅਸੀਂ ਪਿੰਡਾਂ ਚੋਂ ਕੱਢ ਰਹੇ ਸੀਗੇ। ਔਰ ਕੱਢਣ ਦਾ ਬੈਸਟ ਤਰੀਕਾ ਇਹ ਸੀਗਾ ਕਿ ਅਸੀਂ ਐਗਰੀਕਲਚਰ ਨੂੰ ਅਨਇਕਨੋਮਿਕਲ ਕਰ ਦਈਏ, ਉਹਦੇ ਵਿੱਚ ਜਿੰਨਾ ਵੀ ਪ੍ਰੋਫਿਟ ਹੈ ਉਹ ਖਤਮ ਹੋ ਗਿਆ, ਅਨਰਿਮਿਊਨਰੇਟਿਵ ਹੋ ਗਿਆ ਜਿਹਨੂੰ ਇੰਗਲਿਸ਼ ਕਹਿੰਦੇ ਹੈਗੇ ਆ। ਤੇ ਰਿਜ਼ਲਟ ਕੀ ਸੀਗਾ? ਮਜਬੂਰਨ ਕਿਸਾਨ ਕੀ ਕਰੇਗਾ, ਉਹ ਆਪਣਾ ਪਿੰਡ ਛੱਡ ਕੇ, ਖੇਤੀ ਛੱਡ ਕੇ ਸ਼ਹਿਰਾਂ ਦੀ ਤਰਫ ਉਹਨੇ ਪਲਾਨ ਕੀਤਾ। ਇਹ ਇਸ ਚੱਕਰਵਿਊਹ ਚੋਂ ਨਿਕਲਣ ਦੀ ਹੁਣ ਬਹੁਤ ਸਖਤ ਜ਼ਰੂਰਤ ਹੈ। ਮੈਨੂੰ ਲੱਗਦਾ ਕਰੋਨਾ ਵਾਇਰਸ ਨੇ ਸ਼ਾਇਦ ਇਹ ਸਬਕ ਦਿੱਤਾ ਹੋਏਗਾ ਔਰ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਹ ਟਾਈਮ ਹੈਗਾ ਕਿ ਅਸੀਂ ਰਿਫਾਰਮ ਇਕਨੋਮਿਕ ਪਾਲਿਸੀ ਦਾ ਕਰੀਏ। ਅਸੀਂ ਉਹ ਰੈਡੀਕਲ ਰਿਫਾਰਮ ਲੈ ਕੇ ਆਈਏ ਜਿਹਦੇ ਨਾਲ ਐਗਰੀਕਲਚਰ ਨੂੰ ਫਿਰ ਦੁਬਾਰਾ ਅਸੀਂ ਸੰਪੰਨ ਬਣਾਈਏ, ਆਤਮ ਨਿਰਭਰ ਬਣਾਈਏ, ਤਾਂ ਕਿ ਐਗਰੀਕਲਚਰ ਜਿਹੜਾ ਹੈਗਾ ਦੇਸ਼ ਦੀ ਇਕਨੋਮੀ ਨੂੰ ਚਲਾਉਣ ਦਾ, ਜਿਸ ਤਰ੍ਹਾਂ ਹੁਣ ਅਸੀਂ ਦੇਖਿਆ ਲਾਕਡਾਊਨ ਵਿੱਚ ਉਹਨੇ ਰੋਲ ਅਦਾ ਕੀਤਾ ਹੈਗਾ, ਉਹ ਰੋਲ ਜਿਹੜਾ ਹੈਗਾ ਹੁਣ ਕੰਟੀਨਿਊਸਲੀ ਅੱਗੇ ਵੀ ਅਦਾ ਕਰੇ। ਇਹ ਲੋਕੀ ਜਿਹੜੇ ਪਿੰਡਾਂ ਵਿੱਚ ਗਏ ਆ ਹੁਣ ਵਾਪਸ ਮੁੜ ਕੇ ਜਿੰਨੇ ਆਣਗੇ, ਲੇਕਿਨ ਮੈਜੋਰਿਟੀ ਸਾਨੂੰ ਪਤਾ ਨਹੀਂ ਆਏਗੀ। ਔਰ ਉਹ ਪਿੰਡਾਂ ਵਿੱਚ ਕਿਸ ਤਰ੍ਹਾਂ ਉਹ ਐਬਜ਼ੌਰਬ ਹੁੰਦੇ ਆ, ਪਿੰਡਾਂ ਵਿੱਚ ਕਿਸ ਤਰ੍ਹਾਂ ਉਹ ਆਪਣੀ ਵਾਇਬਿਲਿਟੀ ਨੂੰ ਬਿਲਡ ਅਪ ਕਰਦੇ ਆ। ਮੈਨੂੰ ਲੱਗਦਾ ਕਿ ਇਹ ਸਾਡੇ ਸਭ ਤੋਂ ਵੱਡਾ ਚੈਲੰਜ ਹੁਣ ਇਸ ਸਮੇਂ ਹੋਏਗਾ। ਦਵਿੰਦਰ ਜੀ, ਜਿਸ ਅਹਿਮ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਲਈ ਜਿਹੜੇ ਉਹਨਾਂ ਨੇ ਕੁਝ ਅਹਿਮ ਨੁਕਤੇ ਲੈ ਕੇ ਆਂਦੇ ਆ, ਉਹਨਾਂ 'ਚ ਵੱਡਾ ਨੁਕਤਾ ਹੈ ਕਿ ਮਾਰਕੀਟਿੰਗ ਦਾ। ਮਾਰਕੀਟ ਜੋ ਕੁਝ ਲੈ ਕੇ ਆਏ ਹੈ
ਉਹਦੇ ਨਾਲ ਲੱਗਦਾ ਮੰਡੀਕਰਨ ਦੀ ਨੀਤੀ ਦੇ ਵਿੱਚ ਜਿਵੇਂ ਪਹਿਲਾਂ ਘੱਟੋ ਘੱਟ ਸਹਾਇਕ ਕੀਮਤ ਦੀ ਗੱਲ, ਜਿਨ੍ਹਾਂ ਨੂੰ MSP ਆਪਾਂ ਕਹਿ ਦਿੰਦੇ ਹਾਂ, ਕਣਕ ਦੀ, ਝੋਨੇ ਦੀ ਜਾਂ ਕੁਝ ਹੋਰ ਫਸਲਾਂ ਦੀ, ਉਸ ਤੋਂ ਵੀ ਕੇਂਦਰ ਸਰਕਾਰ ਜਿਹੜੀ ਹੈ ਛੁਟਕਾਰਾ ਪਾਉਣ ਪਾਸੇ ਵੱਲ ਨੂੰ ਵੱਧ ਰਹੀ ਹੈ। ਜਿੱਦਾਂ ਦੀ ਨਵੀਂ ਨੀਤੀ ਜਾਂ ਜਿੱਦਾਂ ਦਾ ਨਵਾਂ ਕਾਨੂੰਨ ਘੜਨ ਬਾਰੇ ਸੰਕੇਤ ਆ ਰਿਹਾ ਹੈ, ਦਵਿੰਦਰ ਜੀ, ਉਸ ਤੋਂ ਤਾਂ ਲੱਗਦਾ ਹੈ ਕਿ ਕਿਸਾਨ ਮੁਕੰਮਲ ਤੌਰ 'ਤੇ ਵਪਾਰੀਆਂ ਦੇ ਰਹਿਮੋ ਕਰਮ 'ਤੇ ਛੱਡਿਆ ਜਾਏਗਾ। ਇਹ ਅਹਿਮ ਨੁਕਤਿਆਂ 'ਚ ਇੱਕ ਨੁਕਤਾ, ਇਹ ਵੀ ਵੱਡਾ ਨੁਕਤਾ। ਦਵਿੰਦਰ ਜੀ, ਕੀ ਕਹੋਗੇ ਇਸ ਮਾਮਲੇ 'ਤੇ? ਬਲਕਿ ਤੁਹਾਡੀ ਗੱਲ ਬਿਲਕੁਲ ਜਿਹੜੀ ਤੁਸੀਂ ਕਿਹਾ ਕਿ ਅਹਿਮ ਨੁਕਤਾ ਇਹੀ ਹੈਗਾ, ਜਿਹੜਾ ਮੇਜਰ ਉਹਨਾਂ ਨੇ ਅਨਾਉਂਸ ਕੀਤਾ ਹੈਗਾ, 3 ਜਿਹੜੇ ਪੋਲਿਸੀ ਡਿਸੀਜਨ ਅਨਾਉਂਸ ਕੀਤੇ ਹੈਗੇ ਗਵਰਨੈਂਸ ਔਰ ਐਡਮਿਨਿਸਟ੍ਰੇਸ਼ਨ ਦੇ, ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਵੀ ਤੁਸੀਂ APMC ਜਿਹੜਾ ਇੱਕ ਐਕਟ ਹੈਗਾ ਜਿਹਦੇ ਤਹਿਤ ਅਸੀਂ ਮੰਡੀਆਂ ਦੇਖਦੇ ਹਾਂ ਪੰਜਾਬ 'ਚ, ਹਰਿਆਣਾ ਵਿੱਚ ਜਾਂ ਬਾਕੀ ਦੇਸ਼ ਵਿੱਚ ਬਣਾਈਆਂ ਗਈਆਂ ਸੀਗੀਆਂ, ਉਹਨਾਂ ਤੋਂ ਕਿਸਾਨ ਨੂੰ ਹੁਣ ਆਜ਼ਾਦ ਕਰਨਾ ਹੈਗਾ, ਇਹ ਕਿਹਾ ਜਾਂਦਾ ਹੈਗਾ। ਲੇਕਿਨ ਅਸਲੀ ਗੱਲ ਇਹ ਹੈ ਕਿ ਵੀ ਬਹੁਤ ਸਾਲਾਂ ਤੋਂ ਇੱਕ ਪ੍ਰਯਾਸ ਹੋ ਰਿਹਾ ਸੀਗਾ ਕਿ APMC ਨੂੰ ਖਤਮ ਕੀਤਾ ਜਾਏ ਔਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਨਿਊਨਤਮ ਮੁੱਲ ਕਿਸਾਨਾਂ ਨੂੰ ਮਿਲਦਾ ਹੈ, ਉਤੋਂ ਉਸ ਪ੍ਰੋਸੈਸ ਤੋਂ ਸਰਕਾਰ ਪਿੱਛੇ ਹਟਣਾ ਚਾਹੁੰਦੀ ਸੀਗੀ। ਔਰ ਇਹ ਕਈ ਸਾਲਾਂ ਤੋਂ ਜਿਹੜਾ ਪ੍ਰਯਾਸ ਹੋ ਰਿਹਾ ਸੀਗਾ, ਪੋਸੀਬਲ ਨਹੀਂ ਹੋ ਰਿਹਾ ਸੀਗਾ। ਗਵਰਨਮੈਂਟਸ ਇਸ ਵਾਸਤੇ ਇੰਟਰਸਟਿਡ ਨਹੀਂ ਸੀਗੀਆਂ, ਆਪਣਾ ਇੰਟਰਸਟ ਨਹੀਂ ਦਿਖਾ ਰਹੀ ਸੀਗੀਆਂ। ਹਾਲਾਂਕਿ ਗਵਰਨਮੈਂਟ ਨੇ 3 ਵਾਰ ਲਾਅ ਲੈ ਕੇ ਆਏ ਹੈਗੇ, ਅਮੈਂਡਮੈਂਟ ਲੈ ਕੇ ਆਏ ਸੀਗੇ, ਲੇਕਿਨ ਸਰਕਾਰਾਂ ਕੋਈ ਕੁਝ ਕਰ ਲੈਂਦੀਆਂ, ਕੁਝ ਨਹੀਂ ਕਰਦੀਆਂ, ਤਾਂ ਸਰਕਾਰ ਨੂੰ ਮੁਸ਼ਕਿਲ ਹੋ ਰਿਹਾ ਸੀਗਾ। ਹੁਣ ਸਰਕਾਰ ਨੇ ਕਿਹਾ ਹੈ ਕਿ ਅਸੀਂ ਸੈਂਟਰਲ ਇੱਕ ਅਧਿਆਦੇਸ਼ ਲੈ ਕੇ ਆਵਾਂਗੇ, ਯਾਨੀ ਸੈਂਟਰਲ ਇੱਕ ਲਾਅ ਲੈ ਕੇ ਆਵਾਂਗੇ ਜਿਹੜਾ ਕਿ ਸਾਰੇ ਜਿਹੜੇ ਪੁਰਾਣੇ ਲਾਅ ਹੈਗੇ APMC ਨੂੰ ਉਹਨਾਂ ਨੂੰ ਓਵਰਰਾਈਡ ਕਰੇਗਾ। ਔਰ ਉਹ ਜਿਹੜਾ ਨਵਾਂ ਲਾਅ ਹੋਏਗਾ ਉਹਦੇ ਵਿੱਚ ਹੈ ਕਿ ਕਿਸਾਨ ਕਿਤੇ ਵੀ ਆਪਣੀ ਪ੍ਰੋਡਿਊਸ ਵੇਚ ਸਕਦਾ ਹੈਗਾ। ਔਰ ਇਹਦੇ ਨਾਲ ਇੱਕ ਚੀਜ਼ ਦੂਜੀ ਗੱਲ ਕਹਿ ਰਿਹਾ ਕਿ ਇਹਦੇ ਨਾਲ ਇੰਟਰਸਟੇਟ ਜਿਹੜੀ ਰਿਸਟ੍ਰਿਕਸ਼ਨ ਸੀਗੀ ਉਹ ਹਟ ਜਾਏਗੀ, ਯਾਨੀ ਕਿਸਾਨ ਦੇਸ਼ ਵਿੱਚ ਕਿਸੇ ਵੀ ਮੰਡੀ ਵਿੱਚ ਜਾ ਕੇ ਆਪਣਾ ਮਾਲ ਵੇਚ ਸਕਦਾ ਹੈਗਾ ਔਰ ਇਸੇ ਤਰੀਕੇ ਨਾਲ ਕਿਤੋਂ ਵੀ ਖਰੀਦ ਵੀ ਸਕਦਾ ਹੈਗਾ। ਕਹਿਣ ਦਾ ਮਤਲਬ ਹੈ ਕਿ ਇਹਨੂੰ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਇਹ ਬਹੁਤ ਬੜਾ ਰਿਫਾਰਮ ਹੋਏਗਾ। ਔਰ ਅਸੀਂ ਦੇਖ ਰਹੇ ਹਾਂ ਕਿ ਮੀਡੀਆ ਵਿੱਚ ਬਹੁਤ ਸਾਰੀ ਐਕਸਪੈਕਟੇਸ਼ਨ ਹੈ ਇਸ ਗੱਲ ਤੇ, ਕਿ ਬੜੀ ਐਕਸਾਈਟਮੈਂਟ ਹੈ ਇਸ ਗੱਲ ਤੇ ਕਿ ਪਤਾ ਨਹੀਂ ਕੀ ਰੈਵੋਲੂਸ਼ਨ ਆਉਣ ਵਾਲਾ ਹੈਗਾ। ਲੇਕਿਨ ਇੱਕ ਚੀਜ਼ ਸਮਝਣ ਵਾਲੀ ਹੈ ਜਗਤਾਰ ਜੀ, ਸਮਝਣ ਵਾਲੀ ਇਹ ਹੈਗੀ ਹੈ ਕਿ ਅੱਜ ਕੱਲ੍ਹ ਦੇ ਹਾਲਾਤ ਜਾਂ ਪਹਿਲੇ ਦੇ ਹਾਲਾਤ ਵਿੱਚ ਵੀ ਜਦ APMC ਦਾ ਗਠਨ ਕੀਤਾ ਗਿਆ ਸੀਗਾ, ਉਸ ਸਮੇਂ ਵੀ ਪਹਿਲੇ ਇਤਿਹਾਸ ਦੱਸਦਾ ਹੈ ਕਿ ਜਦ ਵੀ ਅਸੀਂ ਖੇਤੀ ਨੂੰ ਬਾਜ਼ਾਰ ਦੇ ਹਵਾਲੇ ਛੱਡ ਦਿੱਤਾ ਹੈਗਾ ਤਾਂ ਕਿਸਾਨਾਂ ਨੂੰ ਇੱਕ ਮਾਰ ਸਹਿਣੀ ਪਈ ਹੈਗੀ ਹੈ। ਔਰ ਇਹ ਬਹੁਤ ਹਿਸਟੋਰੀਕਲੀ ਅਸੀਂ ਦੇਖਦੇ ਆ ਰਹੇ ਕਿ ਇਹ ਹੁੰਦਾ ਆ। ਔਰ ਜਦ ਜਿਸ ਟਾਈਮ APMC ਬਣੀ ਸੀਗੀ, ਜਦ ਹਰਿਤ ਕ੍ਰਾਂਤੀ ਸ਼ੁਰੂ ਹੋਈ ਹੈ, ਮੈਨੂੰ ਲੱਗਦਾ ਕਿ ਇਹ ਬਹੁਤ ਇੰਪੋਰਟੈਂਟ ਇੱਕ ਡਿਵੈਲਪਮੈਂਟ ਸੀਗੀ, ਇੱਕ ਜਿਹਨੂੰ ਕਹਿੰਦੇ ਕਿ ਫੈਮਿਨ ਨਾ ਹੋਏ, ਅਕਾਲ ਨਾ ਪਏ, ਉਹਦੇ ਵਾਸਤੇ ਇੱਕ ਬਹੁਤ ਬੜੀ ਇਹ ਪਾਲਿਸੀ ਇਨੀਸ਼ੀਏਟਿਵ ਸੀਗਾ। ਹੁਣ ਦੇਖੋ ਹੋ ਕਿਆ ਹੈਗਾ ਕਿ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਬਈ APMC ਤੋਂ ਅਸੀਂ ਲੋਕਾਂ ਨੂੰ ਕੱਢ ਦੇਵਾਂਗੇ, ਉਹ ਕਿਤੇ ਵੀ ਜਾ ਕੇ ਵੇਚੇਗਾ। ਇਹ ਕਿਹਾ ਜਾਂਦਾ ਕਿ ਉਹਦੇ ਨਾਲ ਉਹਨੂੰ ਪ੍ਰਾਈਸ ਜਿਹੜਾ ਹੈਗਾ, ਕੀਮਤ ਜਿਹੜੀ ਹੈਗੀ ਉਹਦੀ ਫਸਲ ਦੀ, ਉਹ ਜ਼ਿਆਦਾ ਮਿਲੇਗੀ। ਲੇਕਿਨ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਤੇ ਵੀ ਐਕਸਪੀਰੀਅੰਸ ਨਹੀਂ ਹੈਗਾ ਹਿੰਦੁਸਤਾਨ ਨੂੰ ਮਿਲਾ ਕੇ ਕਿ ਬਾਜ਼ਾਰ ਨੇ ਕਿਸਾਨਾਂ ਨੂੰ ਜ਼ਿਆਦਾ ਕੀਮਤ ਦਿੱਤੀ ਹੋਏ ਵੀ ਕਿਸੇ ਵੀ ਚੀਜ਼ ਦੀ। ਦਵਿੰਦਰ ਜੀ, ਤੁਸੀਂ ਜਿਸ ਮਾਮਲੇ ਤੇ ਚਰਚਾ ਕਰ ਰਹੇ ਸੀ ਕਿ ਕੇਂਦਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਮਾਰਕੀਟਿੰਗ ਦੇ ਮਾਮਲੇ 'ਚ ਨਵੀਂ ਨੀਤੀ ਲੈ ਕੇ ਆ ਰਿਹਾ ਔਰ ਕਿਸਾਨ ਦੀ ਬਾਂਹ ਨੂੰ ਮਰੋੜਾ ਦੇ ਰਿਹਾ ਆਪਣੇ ਢੰਗ ਦੇ ਨਾਲ, ਪਲੀਜ਼ ਤੁਸੀਂ ਆਪਣੀ ਗੱਲ ਮੁਕੰਮਲ ਕਰੋ, ਫਿਰ ਅੱਗੇ ਸਵਾਲ ਲਵਾਂਗੇ ਇਹਨਾਂ ਮੁੱਦਿਆਂ ਤੇ। ਦੇਖੋ, ਸਾਨੂੰ ਸਮਝਣ ਦੀ ਜ਼ਰੂਰਤ ਇਹ ਹੈਗੀ ਹੈ ਕਿ ਇਸ ਸਮੇਂ ਜਿੰਨੀ ਮੰਡੀਆਂ ਦੇਸ਼ ਵਿੱਚ ਹੈਗੇ, ਜਿਹਨੂੰ ਅਸੀਂ APMC ਮੰਡੀਆਂ ਕਹਿੰਦੇ ਹੈਗੇ ਆ, ਉਹ ਤਕਰੀਬਨ 3.5 ਸਟੇਟਸ ਵਿੱਚ ਹੈਗੀਆਂ। ਪੰਜਾਬ, ਹਰਿਆਣਾ ਜਾਂ ਬਾਕੀ ਸਾਰੇ ਦੇਸ਼ ਤੇ ਮਿਲਾ ਲਈਏ ਤਾਂ 1.5 ਸਟੇਟਸ ਦੇ ਬਰਾਬਰ ਉਹ ਵੀ ਹੋ ਜਾਂਦੇ ਆ। ਇਹ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਔਰ ਫਿੱਕੀ ਦਾ ਇਹ ਕਹਿਣਾ ਹੈਗਾ ਕਿ 3.5 ਸਟੇਟਸ ਵਿੱਚ ਇਹ ਹੁੰਦਾ ਔਰ ਇਹ ਆਪਰੇਟ ਕਰਦੀਆਂ। ਔਰ ਕਿਹਾ ਕਿ ਵੀ ਸਿਰਫ 6% ਕਿਸਾਨਾਂ ਨੂੰ ਹਿੰਦੁਸਤਾਨ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਹੈ, ਯਾਨੀ 94% ਕਿਸਾਨ ਜਿਹੜੇ ਹੈਗੇ ਉਹ ਵੈਸੇ ਮਾਰਕੀਟ ਦੇ ਉੱਪਰ ਡਿਪੈਂਡੈਂਟ ਹੈਗੇ ਆ। ਹੁਣ ਅਗਰ ਜੇ ਮਾਰਕੀਟ ਇੰਨੀ ਐਫੀਸ਼ੀਐਂਟ ਹੁੰਦੀਆਂ ਤਾਂ ਜਗਤਾਰ ਜੀ ਮੈਨੂੰ ਦੱਸੋ ਕਿ ਅੱਜ ਸਾਡੇ ਦੇਸ਼ ਵਿੱਚ ਜਿਹੜਾ ਇੰਨਾ ਭਿਅੰਕਰ ਸੰਕਟ ਕ੍ਰਿਸ਼ੀ ਦਾ ਹੈਗਾ ਉਹ ਕਿਉਂ ਹੁੰਦਾ? ਕਿਉਂ ਕਿਸਾਨ ਖੁਦਕੁਸ਼ੀਆਂ ਕਰਦੇ ਅਗਰ ਮਾਰਕੀਟ ਉਹਨਾਂ ਨੂੰ ਅਸਲੀ ਦਾਮ ਦਿੰਦੀ ਜਾਂ ਉਹਨਾਂ ਦੀ ਇਨਕਮ ਜਿਹੜੀ ਹੈ ਡਿਜ਼ਰਵ ਕਰਦੇ ਉਹ ਮਿਲਦਾ? ਦੂਜੀ ਗੱਲ ਹੈ ਕਿ ਜਦ ਸਾਡੇ ਕਿਸਾਨ ਸਿਰਫ 6% ਹੀ ਹੈਗੇ ਜਿਨ੍ਹਾਂ ਨੂੰ MSP ਮਿਲਦਾ ਹੈ ਔਰ 94% ਜਿਸ ਆਪਾਂ ਪਹਿਲੇ ਕਹਿ ਰਹੇ ਸੀ ਉਹਨਾਂ ਨੂੰ ਮਿਲਦਾ ਹੀ ਹੈ, ਤਾਂ ਚੈਲੰਜ ਸਾਡੇ ਕੋਲ ਇਹ ਹੋਣਾ ਚਾਹੀਦਾ ਹੈਗਾ ਕਿ ਵੀ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੀ 7,000 ਤੋਂ ਘੱਟ ਮੰਡੀਆਂ ਹਿੰਦੁਸਤਾਨ ਵਿੱਚ ਹੈਗੀਆਂ ਉਹ बढ़ा ਕੇ ਬਲਕਿ ਮੰਡੀਆਂ ਨੂੰ ਕਿਸਾਨਾਂ ਦੇ ਨਜ਼ਦੀਕ ਲੈ ਕੇ ਜਾਈਏ। ਇਹ ਹੋਣਾ ਚਾਹੀਦਾ ਸੀਗਾ। ਅੱਜ ਸਾਡੇ ਦੇਸ਼ ਵਿੱਚ ਅਗਰ ਹਿੰਦੁਸਤਾਨ ਜੀ ਅਹਿਮ ਮਾਮਲੇ ਤੇ ਸਰ ਅਹਿਮ ਮਾਮਲੇ ਤੇ ਗੱਲ ਕਰ ਰਹੇ ਹੋ, ਮੈਂ ਇਸ ਸਵਾਲ ਦੇ ਵਿੱਚ ਇੱਕ ਅਹਿਮ ਮੁੱਦਾ ਨਾਲ ਹੋਰ ਜੋੜ ਕਰਨਾ ਚਾਹੁੰਦਾ ਹਾਂ। ਜਿੱਦਾਂ ਤੁਸੀਂ ਚਰਚਾ ਕਰ ਰਹੇ ਹੋ ਇਸੇ ਮੁੱਦੇ ਤੇ ਮੈਂ ਸਵਾਲ ਲੈ ਰਿਹਾ ਕਿ ਜਿਸ ਤਰੀਕੇ ਨਾਲ ਪਹਿਲਾਂ ਹੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ 90% ਜਾਂ 94% ਜਿਹੜੇ ਕਿਸਾਨ ਆ ਉਹਨਾਂ ਨੂੰ ਪਹਿਲਾਂ ਹੀ ਖੁੱਲ੍ਹ ਹੈ ਉਹ ਬਿਹਾਰ 'ਚ ਜਾ ਕੇ ਵੇਚਣ, ਹਰਿਆਣੇ 'ਚ ਵੇਚਣ ਜਾਂ ਪੰਜਾਬ 'ਚ ਵੇਚਣ। ਸਰ ਸਾਡੇ ਸਾਹਮਣੇ ਜਿੱਦਾਂ ਤੁਸੀਂ ਕਿਹਾ 2 ਮਾਡਲ ਹੈ, ਇੱਕ ਬਿਹਾਰ ਦਾ ਇੱਕ ਪੰਜਾਬ ਦਾ। ਬਿਹਾਰ ਦੇ 'ਚ ਬਹੁਤ ਸਮਾਂ ਪਹਿਲਾਂ
ਮਾਰਕੀਟ ਜਿਹੜੀ ਓਪਨ ਕਰ ਦਿੱਤੀ ਗਈ ਸੀ ਤੇ ਪੰਜਾਬ ਦੇ ਵਿੱਚ ਮਾਰਕੀਟ ਦਾ ਸਿਸਟਮ ਹੈ। ਅੱਜ ਜਿੱਦਾਂ ਸਰ ਤੁਸੀਂ ਕਮੈਂਟਸ ਕੀਤੇ ਹੈ ਕਿ ਦੇਸ਼ ਦੇ ਲੱਖਾਂ ਜਿਹੜੇ ਹੈਗੇ ਮਜ਼ਦੂਰ ਹੈ, ਕੋਈ ਮਹਾਰਾਸ਼ਟਰ ਤੋਂ ਬਿਹਾਰ 'ਚ ਜਾ ਰਿਹਾ ਹੈ, ਬਿਹਾਰ ਤੋਂ ਮਹਾਰਾਸ਼ਟਰ ਜਾ ਰਿਹਾ ਹੈ, ਤੇ ਜੇ ਪੰਜਾਬ 'ਚੋਂ ਕੋਈ ਉੱਜੜ ਕੇ ਜਿਹੜੇ ਕਿ ਬਾਹਰ ਨਹੀਂ ਗਏ ਤੇ ਹੁਣ ਵਾਪਸ ਨਹੀਂ ਆ ਰਹੇ, ਕੀ ਸਰ ਪੰਜਾਬ ਮਾਡਲ ਨਹੀਂ ਸਾਨੂੰ ਅਪਣਾ ਲੈਣਾ ਚਾਹੀਦਾ? ਕਿਉਂ ਅਸੀਂ ਦਰਕਾਰਿਆ ਇਸ ਮਾਡਲ ਨੂੰ? ਕਿ ਸਾਡੇ ਇਹਦੇ ਪਿੱਛੇ ਕੋਈ ਹੋਰ ਵੱਡੇ ਕਾਰਨ ਹੈ? ਜੀ ਦੇਖੋ, ਤੁਹਾਡੀ ਜਿਹੜੀ ਗੱਲਾਂ ਹੈ, ਤੁਸੀਂ ਦੋ ਗੱਲਾਂ ਜਿਹੜੀ ਕੀਤੀਆਂ ਬੜੀ ਇੰਪੋਰਟੈਂਟ ਹੈਗੀਆਂ, ਪਰ ਉਹ ਤੋਂ ਪਹਿਲੇ ਅਸੀਂ ਗੱਲ ਹੋਰ ਸਮਝ ਲਈਏ ਕਿ ਅੱਜ ਸਾਡੇ ਦੇਸ਼ ਵਿੱਚ, ਜਿਸ ਮੈਂ ਕਹਿ ਰਿਹਾ ਸੀਗਾ ਕਿ 42,000 ਮੰਡੀਆਂ ਦੀ ਜ਼ਰੂਰਤ ਹੈਗੀ ਹੈ, ਔਰ ਮੈਂ ਐਕਸਪੈਕਟ ਕਰਦਾ ਕਿ ਜੇ ਸਿਰਫ 7,000 ਮੰਡੀਆਂ ਹੀ ਹੈਗੀਆਂ ਤੇ ਕਿਉਂ ਨਹੀਂ ਪ੍ਰਾਈਵੇਟ ਸੈਕਟਰ ਇੰਨੇ ਸਾਲਾਂ ਵਿੱਚ ਪ੍ਰਾਈਵੇਟ ਮੰਡੀਆਂ ਗਠਨ ਕਰ ਪਾਇਆ? ਕਿਤੇ ਕੋਈ ਦਿੱਕਤ ਨਹੀਂ ਹੈ, ਤੁਸੀਂ ਬਣਾ ਲੈਂਦੇ ਉੱਥੇ ਪ੍ਰਾਈਵੇਟ ਮੰਡੀਆਂ। ਲੇਕਿਨ ਮਹਾਰਾਸ਼ਟਰ ਵਿੱਚ ਔਰ ਗੁਜਰਾਤ ਵਿੱਚ ਉਹਨਾਂ ਨੇ MOU ਵੀ ਸਾਈਨ ਕੀਤੇ ਸੀਗੇ ਬਹੁਤ ਸਾਲ ਪਹਿਲੇ ਪ੍ਰਾਈਵੇਟ ਮੰਡੀਆਂ ਬਣਾਉਣ ਵਾਸਤੇ, ਪਰ ਅੱਜ ਤੱਕ ਕੁਝ ਉੱਤੇ ਡਿਵੈਲਪਮੈਂਟ ਨਹੀਂ ਹੋਈ ਹੈ। ਜਿਹੜੀ ਇੱਕ ਇੰਪੋਰਟੈਂਟ ਗੱਲ ਹੈਗੀ ਕਿ ਜਿਹੜਾ ਰਿਫਾਰਮ ਅਸੀਂ ਅੱਜ ਲੈ ਕੇ ਆ ਰਹੇ ਹੈਗੇ ਆ, ਇਹ ਅਸੀਂ ਪਹਿਲੇ 2006 ਵਿੱਚ ਕੋਸ਼ਿਸ਼ ਕੀਤੀ ਹੈ। ਇਟਸ ਅ ਟ੍ਰਾਈਡ, ਟੈਸਟਡ ਐਂਡ ਫੇਲਡ ਮਾਡਲ। ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ 2006 ਵਿੱਚ ਬਿਹਾਰ ਨੇ APMC ਐਕਟ ਨੂੰ ਬਿਲਕੁਲ ਹੀ ਹਟਾ ਦਿੱਤਾ ਸੀਗਾ। ਹਟਾ ਕੇ ਇਹ ਕਿਹਾ ਗਿਆ ਸੀਗਾ, ਆਰਗੂਮੈਂਟ ਇਹ ਸੀਗੀ ਕਿ ਇਹਦੇ ਨਾਲ ਪ੍ਰਾਈਵੇਟ ਇਨਵੈਸਟਮੈਂਟ ਆਏਗੀ, ਮੰਡੀਆਂ ਬਣਨਗੀਆਂ ਔਰ ਕਿਸਾਨਾਂ ਨੂੰ ਅੱਛਾ ਦਾਮ ਮਿਲੇਗਾ। ਅੱਜ ਜਗਤਾਰ ਜੀ 14 ਸਾਲ ਹੋ ਗਏ ਹੈ। 14 ਸਾਲ ਦੇ ਬਾਅਦ ਅਸੀਂ ਦੇਖ ਰਹੇ ਹਾਂ ਕਿ ਬਿਹਾਰ ਦੇ ਟ੍ਰੇਡਰਸ ਜਿਹੜੇ ਹਰ ਸਾਲ ਆਪਣਾ ਝੋਨਾ ਔਰ ਆਪਣੀ ਕਣਕ ਪੰਜਾਬ ਔਰ ਹਰਿਆਣਾ ਵਿੱਚ ਲਾ ਕੇ ਆ ਕੇ ਵੇਚਦੇ ਹੈਗੇ, ਔਰ ਉੱਥੇ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਹੀ ਮਿਲਦਾ ਹੈ ਕਿਸਾਨਾਂ ਨੂੰ। ਤਾਂ ਇਹਦਾ ਮਤਲਬ ਹੈ ਕਿ ਬਿਹਾਰ ਤੋਂ ਵੀ ਅਗਰ ਲੋਕੀ ਆਪਣਾ ਆ ਕੇ ਪ੍ਰੋਡਿਊਸ ਪੰਜਾਬ ਵਿੱਚ, ਹਰਿਆਣਾ ਵਿੱਚ ਵੇਚਦੇ ਹਰ ਸਾਲ, ਤਾਂ ਕਿੰਨਾ ਸੀਰੀਅਸ ਕ੍ਰਾਈਸਿਸ ਹੈ ਕਿ ਅਗਰ ਅਸੀਂ ਪੰਜਾਬ ਵਿੱਚ ਵੀ ਹਟਾ ਦਈਏ ਮੰਡੀਆਂ, ਤੇ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਕਿਸਾਨ ਵੀ ਬਿਹਾਰ ਦੇ ਕਿਸਾਨ ਦੇ ਬਰਾਬਰ ਹੋ ਜਾਣਗੇ। ਅੱਜ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਬਿਹਾਰ ਦੇ ਕਿਸਾਨ ਨੂੰ ਅਸੀਂ ਪੰਜਾਬ ਦੇ ਕਿਸਾਨ ਦੇ ਬਰਾਬਰ ਖੜਾ ਕਰੀਏ। ਔਰ ਇਹਦੇ ਨਾਲ ਇੱਕ ਹੋਰ ਮੈਸੇਜ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਬੜਾ ਇੰਪੋਰਟੈਂਟ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਮਜ਼ਦੂਰ ਵਾਪਿਸ ਜਾ ਰਿਹਾ, ਉਹ ਤਾਂ ਅਧਿਕਤਰ ਗੱਡੀਆਂ ਪੈਦਲ ਜਾ ਰਹੇ ਹੈ ਜਾਂ ਟ੍ਰੇਨਾਂ ਜਾ ਰਹੀਆਂ, ਉਹ ਸਾਰੀਆਂ ਬਿਹਾਰ ਜਾਂਦੀਆਂ, ਬੰਗਾਲ ਜਾਂਦੀਆਂ, ਈਸਟਰਨ UP ਜਾ ਰਹੀਆਂ ਜਾਂ ਇਸ ਇਲਾਕੇ 'ਚ ਜਾ ਰਹੀਆਂ ਹੈਗੀਆਂ। ਤਾਂ ਜੇ ਕਿਤੇ ਬਿਹਾਰ ਨੇ 14 ਸਾਲ ਵਿੱਚ ਆਪਣਾ APMC ਮਾਡਲ ਤਿਆਰ ਕੀਤਾ ਹੁੰਦਾ, ਮੰਡੀਆਂ ਕੀਤੀਆਂ ਹੁੰਦੀਆਂ, ਜਗ੍ਹਾ ਜਗ੍ਹਾ 5-5 ਕਿਲੋਮੀਟਰ ਰੇਡੀਅਸ ਖੜੀ ਕਰਤੀਆਂ ਹੁੰਦੀਆਂ, ਤਾਂ ਅੱਜ ਮੇਰਾ ਮੰਨਣਾ ਹੈ ਕਿ ਜਿਹੜਾ ਤਬਕਾ ਉੱਥੋਂ ਨਿਕਲ ਕੇ ਸ਼ਹਿਰਾਂ ਵਿੱਚ ਕੰਮ ਕਰਨ ਆਇਆ, ਉਹ ਉੱਥੇ ਬਿਹਾਰ ਦੇ ਨਾਲ ਪੰਜਾਬ ਦਾ ਕਿਸਾਨ ਵਰਗਾ ਉਹਨਾਂ ਤੇ ਵੀ ਇਕਨੋਮਿਕ ਹਾਲਾਤ बढ़ਦੇ, ਔਰ ਅੱਜ ਸ਼ਾਇਦ ਉਹ ਬਾਕੀ ਸਟੇਟਸ ਤੋਂ ਲੋਕੀ ਬਿਹਾਰ ਵਿੱਚ ਕੰਮ ਕਰਨ ਜਾਂਦੇ। ਕਹਿਣ ਦਾ ਮਤਲਬ ਹੈ ਕਿ ਸਾਨੂੰ ਸਾਡੇ ਵਾਸਤੇ ਹੁਣ ਸਬਕ ਹੈ ਕਿ ਅਸੀਂ ਦੇਖ ਚੁੱਕੇ ਹਾਂ ਕਿ 2006 ਵਿੱਚ ਅਸੀਂ ਬੜੀ ਕੋਸ਼ਿਸ਼ ਕੀਤੀ ਸੀਗੀ, ਔਰ 14 ਸਾਲ ਵਿੱਚ ਅਗਰ ਨਹੀਂ ਕਰ ਪਾਏ ਅਸੀਂ ਉਹੀ ਜਿਹੜਾ ਪ੍ਰਾਈਵੇਟ ਸੈਕਟਰ ਤੇ ਅਸੀਂ ਸੋਚ ਰਹੇ ਸੀਗੇ, ਤਾਂ ਹੁਣ ਅਸੀਂ ਕੀ ਸੋਚਦੇ ਹਾਂ ਕਿ ਕੋਈ ਰੈਵੋਲੂਸ਼ਨ ਹੋ ਜਾਏਗਾ? ਬਿਲਕੁਲ ਜਿਹੜਾ ਹੈਗਾ ਸਰ, ਇਹਦੇ ਨਾਲ ਹੀ ਜੁੜਿਆ ਵਾ ਮੁੱਦਾ ਜਿਹੜਾ ਕੇਂਦਰ ਹੋਰ ਨਾਲ ਇਸੇ ਪੈਕੇਜ ਦੇ ਵਿੱਚ ਲੈ ਕੇ ਆ ਰਿਹਾ ਹੈ, ਉਹ ਹੈ ਭੰਡਾਰਨ ਦਾ। ਉਹ ਕਹਿੰਦੇ ਕਿ ਹਰ ਇੱਕ ਨੂੰ ਖੁੱਲ੍ਹ ਹੋਏਗੀ, ਜਿੰਨਾ ਮਰਜ਼ੀ ਜਿੰਨੀ ਮਰਜ਼ੀ ਫਸਲ ਜਿਹੜੀ ਹੈਗੀ ਆ ਉਹ ਸਟੋਰ ਕਰ ਸਕਦਾ ਹੈ। ਕੋਈ ਜ਼ਰੂਰੀ ਵਸਤਾਂ ਵਾਲਾ ਜਿਹੜਾ ਐਕਟ ਹੈ ਉਸ ਨੂੰ ਵੀ ਖਤਮ ਕਰ ਦਿੱਤਾ ਜਾਏਗਾ। ਇਨਡਾਇਰੈਕਟਲੀ ਲੱਗਦਾ ਹੈ ਕਿ ਇਹ ਵੀ ਬਹੁਤ ਵੱਡੀ ਕਿਸਾਨਾਂ ਦੀ ਲੁੱਟ ਵਾਲੇ ਪਾਸੇ ਵੱਲ ਨੂੰ ਇੱਕ ਕਦਮ ਹੈ। ਇਸ ਅਹਿਮ ਮੁੱਦੇ ਤੇ ਕੀ ਕਹਿਣਾ ਚਾਹੋਗੇ ਦਵਿੰਦਰ ਜੀ ਤੁਸੀਂ? ਜਗਤਾਰ ਜੀ, ਤੁਸੀਂ ਇੱਕ ਬੜੀ ਐਪਿਕ ਫਿਲਮ ਆਈ ਸੀਗੀ ਮਦਰ ਇੰਡੀਆ, ਸ਼ਾਇਦ ਤੁਸੀਂ ਦੇਖੀ ਹੋਏਗੀ, ਸਭ ਨੇ ਦੇਖੀ ਹੋਏਗੀ, ਦੇਸ਼ ਵਿੱਚ ਅਧਿਕਤਰ ਲੋਕਾਂ ਨੇ ਦੇਖੀ ਹੈ। 1997 ਵਿੱਚ ਇਹ ਫਿਲਮ ਆਈ ਸੀਗੀ, ਔਰ ਇਸ ਫਿਲਮ ਵਿੱਚ ਇੱਕ ਕਿਰਦਾਰ ਹੈਗਾ ਕਨਈਆ ਲਾਲ ਦਾ। ਉਹ ਇੱਕ ਪਿੰਡ ਦਾ ਸਾਹੂਕਾਰ ਹੈਗਾ, ਔਰ ਉਹ ਹੋਰਡਿੰਗ ਕਰਦਾ ਹੈ, ਜਮਾਖੋਰੀ ਕਰਦਾ ਹੈ, ਔਰ ਬਾਕੀ ਸਾਰੀ ਪਿਕਚਰ ਉਹ ਜਮਾਖੋਰੀ ਦਾ ਕੀ ਉਹ ਦੁਸ਼ਪਰਿਣਾਮ ਹੈ ਸਭ ਅਸੀਂ ਨਜ਼ਰ ਆਉਂਦੇ ਹੈ। ਪਰ ਖੈਰ ਕਹਿਣ ਦਾ ਮਤਲਬ ਹੈ ਕਿ ਮੈਂ ਇੰਨੇ ਸਾਲ ਮੈਂ ਉਹਨੂੰ ਵਿਲਨ ਮੰਨਦਾ ਰਿਹਾ, ਲੇਕਿਨ ਹੁਣ ਮੈਨੂੰ ਸਮਝ ਆਇਆ ਕਿ ਉਹ ਆਪਣੇ ਸਮੇਂ ਤੋਂ ਅੱਗੇ ਸੋਚ ਕੇ ਚੱਲ ਰਿਹਾ ਸੀਗਾ। ਅਗਰ ਅੱਜ ਅਸੀਂ ਸਟਾਕ ਲਿਮਿਟ ਖਤਮ ਕਰ ਰਹੇ ਹੈਗੇ ਹਾਂ, ਤਾਂ ਬੇਸਿਕਲੀ ਅਸੀਂ ਵੀ ਹੋਰਡਿੰਗ ਵਾਸਤੇ ਪਰਮਿਸ਼ਨ ਦੇ ਰਹੇ ਹਾਂ। ਮੈਂ ਇਹ ਸਮਝਦਾ ਕਿ ਵੀ ਅੱਜ ਦੀ ਇੰਡਸਟਰੀ ਜਿਹੜੀ ਹੈਗੀ ਹੈ ਪ੍ਰੋਸੈਸਿੰਗ ਹੋਏ, ਉਹਦੇ ਵਾਸਤੇ ਤੁਹਾਨੂੰ ਸਟਾਕ ਦੀ ਜ਼ਰੂਰਤ ਹੈਗੀ ਹੈ। ਅੱਜ ਦੀ ਜਿਹੜੀ ਆਰਗੇਨਾਈਜ਼ਡ ਰੀਟੇਲ ਹੈਗੀ ਹੈ, ਜਿਸ ਤਰ੍ਹਾਂ ਬੜੀ ਕੰਪਨੀਆਂ ਹੈਗੀਆਂ, ਉਹਨਾਂ ਨੂੰ ਬੜਾ ਜ਼ਿਆਦਾ ਅਧਿਕ ਸਟਾਕ ਚਾਹੀਦਾ ਹੁੰਦਾ ਹੈ, ਇਸ ਕਰਕੇ ਸੋਚਦੇ ਹਾਂ ਕਿ ਵੀ ਇਹ ਸਟਾਕ ਲਿਮਿਟ ਹਟਾ ਦੇਣੀ ਚਾਹੀਦੀ ਹੈ। ਪਰ ਸੋਚਣ ਦੀ ਗੱਲ ਇਹ ਹੈ ਕਿ ਅੱਜ ਦੀ ਡੇਟ ਵਿੱਚ ਕਿਆ ਕੋਈ ਸਟਾਕ ਲਿਮਿਟ ਹੈ? ਅੱਜ ਵੀ ਅਗਰ ਤੁਸੀਂ ਆਪਣੇ ਰਿਕਾਰਡ ਦੇਖ ਲਓ ਤਾਂ ਸਟੇਟ ਗਵਰਨਮੈਂਟ ਤੇ ਛੱਡਿਆ ਗਿਆ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਸਟਾਕ ਰੋਕਣੀ ਹੈ ਤਾਂ ਜਾਂ ਲਿਮਿਟ ਕਰਨੀ ਹੈ, ਤੁਸੀਂ ਕਰ ਲਓ, ਬਾਕੀ ਜਿੰਨਾ ਮਰਜ਼ੀ ਇਹ ਰੱਖ ਸਕਦੇ ਹੈਗੇ ਆ। ਔਰ ਇਹਦੇ ਨਾਲ ਕਿਸਾਨਾਂ ਨੂੰ ਇਹ ਕਹਿਣਾ ਕਿ ਫਾਇਦਾ ਹੋਏਗਾ, ਮੈਨੂੰ ਸਮਝ ਨਹੀਂ ਆਉਂਦਾ ਕਿਸ ਤਰ੍ਹਾਂ ਹੋਏਗਾ, ਕਿਉਂਕਿ ਆਫਟਰ ਆਲ ਕਿਸਾਨ ਤੋਂ ਤਾਂ ਤੁਸੀਂ ਜਿਹੜਾ ਬੰਦਾ ਬਹੁਤ ਭੰਡਾਰਨ ਕਰਦਾ ਹੈਗਾ, ਉਹ ਜਦ ਕਿਸਾਨ ਤੋਂ ਖਰੀਦਦਾ ਤਾਂ ਉਹ ਜ਼ਿਆਦਾ ਦਾਮ ਕਦੀ ਨਹੀਂ ਦੇਗਾ ਕਿਸਾਨ ਨੂੰ। ਇਹ ਹਿਸਟੋਰੀਕਲੀ ਸਾਡੇ ਕੋਲ ਐਵੀਡੈਂਸ ਹੈਗਾ ਇਹਦਾ। ਤਾਂ ਕਿਸਾਨ ਨੂੰ ਕਿਸ ਤਰ੍ਹਾਂ ਫਾਇਦਾ ਹੋਏਗਾ ਸਮਝ ਨਹੀਂ ਆਉਂਦਾ। ਲੇਕਿਨ ਮੈਨੂੰ ਇਹ ਕਹਿਣਾ ਚਾਹੁੰਦਾ, ਮਤਲਬ ਮੇਰਾ ਜੋ ਸੋਚਣਾ ਹੈਗਾ ਉਹ ਹੈਗਾ ਕਿ ਈਵਨ ਅਮਰੀਕਾ ਔਰ ਯੂਰਪ ਵਿੱਚ ਜਿਹੜੇ ਬੜੇ ਵਾਲਮਾਰਟ ਜਾਂ ਟੈਸਕੋ ਜਾਂ ਸੇਂਸਬਰੀ ਜਿਹੜੇ ਮਲਟੀ ਬ੍ਰਾਂਡ ਰਿਟੇਲ ਹੈਗੇ, ਉਹਨਾਂ ਨੂੰ ਬਹੁਤ ਵੋਲਿਊਮ ਚਾਹੀਦਾ ਹੁੰਦਾ ਹੈਗਾ,
ਔਰ ਉਹਨਾਂ ਦੀ ਸਟਾਕ ਲਿਮਿਟ ਨਹੀਂ ਹੁੰਦੀ ਹੈ। ਇੱਥੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਬੜੀ ਜਿਹੜੀ ਕੰਪਨੀਆਂ ਹੈਗੀਆਂ ਉਹਨਾਂ ਦੀ ਸਟਾਕ ਲਿਮਿਟ ਨਾ ਰੱਖੀਏ ਤਾਂ ਕਿ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਹਨੂੰ ਸਪੋਰਟ ਹੋਏ। ਬੇਸਿਕਲੀ ਇਹ ਲਾਅ ਜਿਹੜਾ ਹੈਗਾ ਟ੍ਰੇਡਰਸ ਨੂੰ ਮਦਦ ਕਰਦਾ ਹੈ, ਨਾ ਕਿ ਕਿਸਾਨਾਂ ਨੂੰ ਕਰਦਾ ਹੈ। ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈ, ਪਰ ਮੇਰਾ ਕਹਿਣ ਦਾ ਸਿਰਫ ਤਾਤਪਰਯ ਇਹ ਹੈਗਾ ਕਿ ਜਿਹਨੂੰ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਇਹਦੇ ਨਾਲ ਬਹੁਤ ਬੜਾ ਰਿਫਾਰਮ ਆਏਗਾ, ਚੇਂਜ ਆਏਗਾ, ਕਿਸਾਨਾਂ ਨੂੰ ਫਾਇਦਾ ਹੋਏਗਾ, ਉਹ ਸਾਨੂੰ ਨਜ਼ਰ ਨਹੀਂ ਆਉਂਦਾ। ਕਿਉਂਕਿ ਅਮਰੀਕਾ ਵਿੱਚ ਵੀ ਔਰ ਯੂਰਪ ਵਿੱਚ ਵੀ ਵਾਲਮਾਰਟ, ਟੈਸਕੋ, ਜਿੰਨੇ ਵੀ ਇਹ ਬੜੇ ਮਲਟੀ ਬ੍ਰਾਂਡ ਰਿਟੇਲ ਹੈਗੇ ਆ, ਉਹਨਾਂ ਦੇ ਹੋਣ ਦੇ ਬਾਵਜੂਦ ਵੀ ਅਮਰੀਕਨ ਐਗਰੀਕਲਚਰ ਕ੍ਰਾਈਸਿਸ ਵਿੱਚ ਹੈਗਾ, यूरोपियन एग्रीकल्चर सर ਇਹਦੇ ਨਾਲ ਇੱਕ ਹੋਰ ਜੁੜੀ ਵੀ ਅਹਿਮ ਕੜੀ ਹੈ ਸਰ, ਅਹਿਮ ਸਵਾਲ ਹੈ ਉਹ ਹੈਗਾ ਜਿੱਦਾਂ ਤੁਸੀਂ ਆਪਾਂ ਸਟਾਕ ਦੀ ਗੱਲ ਕਰਦੇ ਆਂ, ਇਦਾਂ ਹੀ ਕੰਟੈਕਟ ਫਾਰਮਿੰਗ ਹੈ ਕਿ ਜਿਹੜੇ ਇੱਦਾਂ ਦੇ ਕਾਰਪੋਰੇਟ ਹਾਊਸਿਸ ਆਉਣਗੇ ਜਿਹੜੇ 2-2 4-4 ਏਕੜ ਵਾਲੇ ਕਿਸਾਨ ਹੈ, ਉਹਨਾਂ ਦੀਆਂ ਜ਼ਮੀਨਾਂ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਠੇਕੇ ਤੇ ਲੈ ਲੈਣਗੇ ਤੇ ਉਹਨਾਂ ਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ। ਲੱਗਦਾ ਹੈ ਕਿ ਇਸ ਤਰੀਕੇ ਨਾਲ ਕਿਸਾਨਾਂ ਨੂੰ ਬਿਲਕੁਲ ਖੇਤੀ ਤੋਂ ਬਾਹਰ ਕੱਢ ਕੇ ਜਿਨ੍ਹਾਂ ਘਸਿਆਰਾਂ ਦੀ ਦਿਹਾੜੀਦਾਰਾਂ ਦੀ ਗੱਲ ਕਰਦੇ ਆਂ ਉਧਰ ਨੂੰ ਧੱਕਿਆ ਜਾ ਰਿਹਾ ਕਿਸਾਨ ਨੂੰ। ਕੀ ਲੱਗਦਾ ਕੰਟੈਕਟ ਫਾਰਮਿੰਗ ਵਾਲੀ ਜਿਹੜੀ ਇੱਕ ਹੋਰ ਇਹਦੇ 'ਚ ਨਵੀਂ ਨੀਤੀ ਸ਼ਾਮਲ ਕੀਤੀ ਜਾ ਰਹੀ ਹੈ? ਇਹ ਹਾਲੇ ਨਵੇਂ ਲਾਅ ਬਣਨਾ ਹੈਗਾ, ਲੇਕਿਨ ਜੋ ਇੰਡੀਕੇਸ਼ਨ ਆਏ ਹੈਗੇ ਉਹਦੇ ਨਾਲ ਇਹ ਹੈਗੇ ਕਿ ਕੰਟਰੈਕਟ ਫਾਰਮਿੰਗ ਨੂੰ ਬੜਾਵਾ ਦਿੱਤਾ ਜਾਏਗਾ ਔਰ ਉਹਦੇ ਬਾਅਦ ਜਿਹੜਾ ਇੱਕ ਕਿਸਾਨ ਨੂੰ ਆਪਣਾ ਜਿਹੜਾ ਪ੍ਰੋਡਿਊਸ ਹੈ ਫਸਲ ਸੋਣ ਮਤਲਬ ਫਸਲ ਦੀ ਬੁਆਈ ਤੋਂ ਪਹਿਲੇ ਉਹਨੂੰ ਪਤਾ ਚੱਲ ਜਾਏ ਕਿ ਬਈ ਮੇਰਾ ਕਿੰਨਾ ਵਿੱਚ ਪ੍ਰਾਈਸ ਮਿਲੇਗਾ, ਮੈਨੂੰ ਕਿੰਨਾ ਦਾਮ ਮਿਲੇਗਾ। ਇਹ ਦੋ ਚੀਜ਼ਾਂ ਉੱਚ ਆਰਗੂਮੈਂਟ ਹੈਗੀਆਂ। ਬੇਸਿਕਲੀ ਅਸੀਂ ਕੰਟਰੈਕਟ ਫਾਰਮਿੰਗ ਨੂੰ ਬੜਾਵਾ ਦੇ ਰਹੇ ਹਾਂ ਔਰ ਨਾਲ ਫਿਊਚਰ ਟ੍ਰੇਡਿੰਗ, ਕਮੋਡਿਟੀ ਟ੍ਰੇਡਿੰਗ ਜਿਹੜੀ ਹੈਗੀ ਹੈ ਉਹਨੂੰ ਵੀ ਅਸੀਂ ਬੜਾਵਾ ਦੇਣਾ ਚਾਹੁੰਦੇ ਹਾਂ ਔਰ ਲਿੰਕ ਕਰਨਾ ਚਾਹੁੰਦੇ ਹੈਗੇ ਹਾਂ। ਮੇਰਾ ਇਹ ਕਹਿਣਾ ਹੈਗਾ ਕਿ ਸਰ ਕੰਟਰੈਕਟ ਫਾਰਮਿੰਗ ਨਾਲ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਬਹੁਤ ਕੰਟਰੈਕਟ ਫਾਰਮਿੰਗ ਹੁੰਦੀ ਸੀਗੀ, ਲੇਕਿਨ ਫਾਰਮਰਸ ਹੈਵ ਬਰਨਡ देयर ਫਿੰਗਰਸ, ਉਹ ਦੁਬਾਰਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਦੇ ਵਿੱਚ ਸਭ ਤੋਂ ਬੜਾ ਪ੍ਰੋਬਲਮ ਆ ਰਿਹਾ ਹੈ ਕਿ ਜਿਹੜੀ ਕੰਪਨੀਆਂ ਹੁੰਦੀਆਂ ਹੈਗੀਆਂ ਉਹ ਜਿਹੜੇ ਆਪਣੇ ਪ੍ਰੋਮਿਸਿਸ ਕਰਦੀਆਂ ਉਹ ਜਦ ਵੀ ਉਹਨਾਂ ਨੂੰ ਪ੍ਰੋਡਿਊਸ ਠੀਕ ਕੁਆਲਿਟੀ ਦਾ ਨਹੀਂ ਮਿਲਦਾ ਜੋ ਕਹਿੰਦੇ ਹੈਗੇ ਆ ਤਾਂ ਫਿਰ ਉਹ ਵਿਡਰਾਅ ਕਰ ਜਾਂਦੀਆਂ, ਕਿਸਾਨ ਨੂੰ ਆਪਣੇ ਹਵਾਲੇ ਤੇ ਛੱਡ ਦਿੰਦੀਆਂ। ਉਹ ਪਹਿਲੇ ਵੀ ਹੋ ਚੁੱਕਾ, ਬਹੁਤ ਜਗ੍ਹਾ ਹੋ ਚੁੱਕਾ। ਪਰ ਖੈਰ ਅਸਲੀ ਗੱਲ ਇਹ ਹੈ ਕਿ ਜਦ ਸਰਕਾਰ ਇਸ ਚੀਜ਼ ਨੂੰ ਬੜਾਵਾ ਦਿੰਦੀ ਹੈ ਔਰ ਇਹ ਕਹਿੰਦੀ ਹੈ ਕਿ ਤੁਸੀਂ ਕੰਟਰੈਕਟ ਫਾਰਮਿੰਗ ਕਰੋ, ਇਹ ਬੇਸਿਕਲੀ ਸਰਕਾਰ ਕਾਰਪੋਰੇਟ ਐਗਰੀਕਲਚਰ ਨੂੰ ਲੈ ਕੇ ਆ ਰਹੀ ਹੈ ਔਰ ਆਪਣਾ ਹੱਥ ਪਿੱਛੇ ਖਿੱਚ ਰਹੀ ਹੈਗੀ ਹੈ। ਇੱਕ ਗੱਲ ਤਾਂ ਇਹ ਹੈਗੀ ਉਹਦੇ ਵਿੱਚ ਖੇਤੀ ਦੇ ਜਿਹੜੀ ਜ਼ਮੀਨ ਜਿਹੜੀ ਕਾਰਪੋਰੇਟ ਕੰਟਰੈਕਟ ਫਾਰਮਿੰਗ ਵਿੱਚ ਜਾਏਗੀ ਜਾਂ ਕਾਰਪੋਰੇਟ ਫਾਰਮਿੰਗ ਵਿੱਚ ਜਾਏਗੀ, ਕਿਸਾਨ ਆਪਣੀ ਜ਼ਮੀਨ ਹੀ ਗਿਰਵੀ ਰੱਖ ਕੇ ਜਾਂ ਵੇਚ ਕੇ ਉਹਦੇ ਵਿੱਚ ਮਜ਼ਦੂਰ ਬਣ ਜਾਏਗਾ। ਇਸ ਦੁਨੀਆ ਵਿੱਚ ਐਕਸਪੈਰੀਮੈਂਟ ਹੋਇਆ। ਲੇਕਿਨ ਸਭ ਤੋਂ ਬੜੀ ਇੰਪੋਰਟੈਂਟ ਗੱਲ ਇਹ ਹੈ ਜਗਤਾਰ ਜੀ ਕਿ ਕਮੋਡਿਟੀ ਟ੍ਰੇਡਿੰਗ ਯਾਨੀ ਜਿਹੜਾ ਵਾਅਦਾ ਬਾਜ਼ਾਰ ਅਸੀਂ ਕਹਿੰਦੇ ਹੈਗੇ ਆ ਕਿ ਅਮਰੀਕਾ ਵਿੱਚ ਸਭ ਤੋਂ ਬੜਾ ਦੁਨੀਆ ਦਾ ਜਿਹੜਾ ਵਾਅਦਾ ਬਾਜ਼ਾਰ ਦੀ ਜਿਹੜੀ ਉਹ ਮਾਰਕੀਟ ਹੈ ਜਾਂ ਜਿਹੜਾ ਪਲੇਟਫਾਰਮ ਹੈ ਉਹ ਹੈ ਸ਼ਿਕਾਗੋ ਵਿੱਚ। ਹਾਂਜੀ, ਸ਼ਿਕਾਗੋ ਮਰਕੈਂਟਾਈਲ ਬੈਂਕ ਕਹਿੰਦੇ ਆ ਅਸੀਂ ਉਹਨੂੰ। ਔਰ ਉਹਦੇ ਇਲਾਵਾ ਨਿਊਯਾਰਕ 'ਚ ਵੀ ਉਹਨਾਂ ਦੇ ਕਮੋਡਿਟੀ ਟ੍ਰੇਡਿੰਗ ਹੁੰਦੀ ਹੈ। ਲੇਕਿਨ ਇਹਦੇ ਬਾਵਜੂਦ ਕੀ ਗੱਲ ਹੈਗੀ ਹੈ ਕਿ ਅਮਰੀਕਨ ਐਗਰੀਕਲਚਰ ਭयंकर ਕ੍ਰਾਈਸਿਸ ਤੋਂ ਗੁਜ਼ਰ ਰਿਹਾ ਹੈ ਇਸ ਸਮੇਂ। ਅੱਜ ਇਹ ਹਾਲਾਤ ਹੈਗੇ ਕਿ ਰੂਰਲ ਏਰੀਆਜ਼ ਵਿੱਚ ਅਮਰੀਕਾ ਵਿੱਚ 45% ਜ਼ਿਆਦਾ ਸੁਸਾਈਡ ਹੋ ਰਹੀਆਂ ਕੰਪੇਅਰ ਟੂ ਅਰਬਨ ਏਰੀਆਜ਼। ਅਜੇ ਵੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਤਕਰੀਬਨ 420 ਬਿਲੀਅਨ ਡਾਲਰ ਦਾ ਕਰਜ਼ਾ ਹੈਗਾ ਕਿਸਾਨਾਂ ਦੇ ਉੱਪਰ ਉੱਥੇ ਅਮਰੀਕਾ ਵਿੱਚ। ਕਿਤੇ ਨਾ ਕਿਤੇ ਕਿਆ ਸਾਨੂੰ ਇਸ ਗੱਲ ਤੇ ਡਿਬੇਟ ਨਹੀਂ ਕਰਨੀ ਚਾਹੀਦੀ ਕਿ ਸ਼ਾਇਦ ਹੋ ਸਕਦਾ ਹੈ ਕਿ ਅਸੀਂ ਆਪਣਾ ਫੇਲਡ ਮਾਡਲ ਅਮਰੀਕਾ ਤੋਂ ਲੈ ਕੇ ਇੰਡੀਆ ਵਿੱਚ ਆ ਰਹੇ ਹੈਗੇ ਆ। ਕਿਉਂ ਨਹੀਂ ਅਸੀਂ ਇੱਕ ਐਸਾ ਮਾਡਲ ਬਣਾ ਸਕੀਏ ਜਗਤਾਰ ਜੀ ਜਿਹੜਾ ਕਿ ਸਾਡੇ ਦੇਸ਼ ਦੇ ਹਿੱਤ ਵਿੱਚ ਹੋਏ, ਸਾਡੇ ਕਿਸਾਨਾਂ ਦੇ ਹਿੱਤ ਵਿੱਚ ਹੋਏ, ਸਾਡੇ ਕੰਜ਼ਿਊਮਰ ਦੇ ਹਿੱਤ ਵਿੱਚ ਹੋਏ। ਕਿਉਂ ਸਾਨੂੰ ਹਰ ਵਾਰੀ ਬਾਹਰ ਤੇ ਨਜ਼ਰ ਰੱਖਣੀ ਪੈਂਦੀ ਹੈ ਕਿ ਉੱਥੇ ਕੀ ਹੈ ਜੋ ਅਸੀਂ ਉੱਥੋਂ ਬੋਰੋ ਕਰ ਸਕੀਏ। ਕਹਿਣ ਦਾ ਮਤਲਬ ਇਹ ਹੈ ਕਿ ਟਾਈਮ ਆ ਗਿਆ ਹੈਗਾ ਸਾਡੇ ਕੋਲ ਇੱਕ ਐਸਾ ਮਾਡਲ ਬਣਾਈਏ ਜਿਹਦੇ ਵਿੱਚ ਮੰਨਦਾ ਕਿ APMC 'ਚ ਬਹੁਤ ਕਮੀਆਂ ਹੈਗੀਆਂ, ਉੱਚ ਕਾਟਲਾਈਜੇਸ਼ਨ ਹੈਗੀ ਆ, ਕੁਝ ਮਾਫੀਆ ਵੀ ਆਪਰੇਟ ਕਰਦੇ ਆ, ਉਹਨੂੰ ਤੋੜਨ ਦੀ ਜ਼ਰੂਰਤ ਹੈ। ਲੇਕਿਨ APMC ਨੂੰ ਉਠਾ ਕੇ ਬਾਹਰ ਸੁੱਟ ਦੇਣਾ ਇਹ ਮਤਲਬ ਰਸਤਾ ਨਹੀਂ ਹੈ, ਇਹ ਡਿਵੈਲਪਮੈਂਟ ਨਹੀਂ ਹੈ, ਵਿਕਾਸ ਨਹੀਂ ਹੈ। ਅਗਰ ਅੱਜ ਕਿਸਾਨ ਨੂੰ ਦਾਮ ਮਿਲਦਾ ਹੈ ਆਪਣੀ ਫਸਲ ਦਾ ਤਾਂ ਉਹ ਸਿਰਫ ਮੰਡੀ ਵਿੱਚ ਮਿਲਦਾ ਹੈ MSP ਦਾ। ਜੇ ਤੁਸੀਂ MSP ਹਟਾ ਦਿਓ, MSP ਤੋਂ ਕਿਸਾਨ ਨੂੰ ਬੇਦਖਲ ਕਰ ਦਿਓ, ਤੁਸੀਂ ਦੇਖੋਗੇ ਕਿਸਾਨ ਦਾ ਹਾਲ ਉਹੀ ਹੋ ਜਾਏਗਾ ਜਿਹੜਾ ਬਾਕੀ 94% ਜਿਹੜੇ ਦੇਸ਼ ਜਿਹੜੇ ਮੈਂ ਕਹਿ ਰਿਹਾ ਸੀਗਾ ਜਿਨ੍ਹਾਂ ਨੂੰ MSP ਨਹੀਂ ਮਿਲਦੀ ਹੈ ਉਹਨਾਂ ਵਰਗਾ ਹਾਲ ਹੋ ਜਾਏਗਾ। ਕਹਿਣ ਦਾ ਮਤਲਬ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬਿਹਾਰ ਦਾ ਕਿਸਾਨ ਜਿਹੜਾ ਜਿਹਨੂੰ MSP ਜਾਂ APMC ਦੇ ਵਿੱਚ ਨਹੀਂ ਜਾਣਾ ਪੈਂਦਾ ਹੈਗਾ, ਉਹ ਜਿਹੜਾ ਹੈਗਾ ਬਿਹਾਰ ਦਾ ਕਿਸਾਨ ਵੀ ਪੰਜਾਬ ਦੇ ਕਿਸਾਨ ਦੇ ਲੈਵਲ ਤੇ ਆਏ, ਨਾ ਕਿ ਪੰਜਾਬ ਦਾ ਕਿਸਾਨ ਵੀ ਬਿਹਾਰ ਦੇ ਲੈਵਲ ਤੇ ਜਾਏ। ਜੀ ਦਵਿੰਦਰ ਸ਼ਰਮਾ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ। ਇਹ ਸਨ ਦਵਿੰਦਰ ਸ਼ਰਮਾ, ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਤੀ ਮਾਮਲਿਆਂ ਦੇ ਮਾਹਰ। ਉਹਨਾਂ ਨੇ ਖੇਤੀ ਨਾਲ ਜੁੜੇ ਮੁੱਦਿਆਂ ਤੇ ਖੁੱਲ੍ਹ ਕੇ ਕੀਤੀ ਹੈ ਗੱਲਬਾਤ। ਤੁਹਾਡੇ ਸਾਰਿਆਂ ਵੱਲੋਂ ਆਪਣੇ ਪੈਨਲ ਤੇ ਆਉਣ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇੰਝ ਹੀ ਅਗਲੇ ਹਫ਼ਤੇ ਆਪਾਂ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਜਗਤਾਰ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ऑफिशियल YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।